ਆਸੀਸ ਬਖਸ਼ੋ। ਮਿਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੇਸਗੜ੍ਹ ਦੀ ਧਰਤੀ ਉੱਤੇ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਚਾਰ ਕੁਰੈਤਾਂ ਜਿਹੜੀਆਂ ਹਨ ਸਮਝਾਈਆਂ ਹਨ। ਸਤਿਗੁਰ ਪਾਤਸ਼ਾਹ ਜੀ ਨੇ ਆਖਿਆ ਹੈ ਵੀ ਇਹ ਕੁਰੈਤ ਨਹੀਂ ਕਰਨੀ। ਅਤੇ ਕੱਲ੍ਹ ਆਪਾਂ ਇੱਕ ਵਿਚਾਰ ਕੀਤੀ ਸੀ ਵੀ ਸਤਿਗੁਰ ਪਾਤਸ਼ਾਹ ਜੀ ਨੇ ਆਖਿਆ ਵੀ ਪਰ ਇਸਤਰੀ ਪਰ ਪੁਰਖ ਦਾ ਸੰਗ ਸਿੱਖ ਨੇ ਨਹੀਂ ਕਰਨਾ। ਸਿੱਖ ਦਾ ਕਿਰਦਾਰ ਜਿਹੜਾ ਬੜਾ ਉੱਚਾ ਹੈ, ਕਿਉਂ ਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਸਿੱਖ ਨੇ ਮੰਨਣਾ ਹੈ। ਅਤੇ ਗੁਰੂ ਪਾਤਸ਼ਾਹ ਜੀ ਨੇ ਵੀ ਇੱਥੋਂ ਤੱਕ ਕਲਗੀਧਰ ਮਹਾਰਾਜ ਨੇ ਆਖ ਦਿੱਤਾ ਹੈ ਕਿ ਮੈਨੂੰ ਸਿੱਖ ਇੰਨਾ ਪਿਆਰਾ ਨਹੀਂ ਜਿੰਨੀ ਸਿੱਖ ਦੀ ਰਹਿਤ ਪਿਆਰੀ ਹੈ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਰਹਿਤ ਵਿੱਚ ਚੱਲਣ ਵਾਲਾ, ਡਿਸਿਪਲਿਨ ਵਿੱਚ ਚੱਲਣ ਵਾਲਾ, ਰੱਬੀ ਮਰਿਆਦਾ ਵਿੱਚ ਗੁਰੂ ਅਨੁਸਾਰ ਚੱਲਣ ਵਾਲਾ ਜਿਹੜਾ ਸਿੱਖ ਹੈ ਗੁਰੂ ਨੂੰ ਬੜਾ ਪਿਆਰਾ ਲੱਗਦਾ ਹੈ। ਰੱਬੀ ਬਾਣੀ ਅੰਦਰ ਵੀ ਮਹਾਰਾਜ ਨੇ ਇਹ ਸੰਕੇਤ ਦਿੱਤੇ ਹਨ ਸਾਨੂੰ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਉਹੀ ਸਿੱਖ ਹੈ, ਉਹੀ ਬੰਧਪ ਹੈ, ਉਹੀ ਭਰਾ ਹੈ, ਉਹੀ ਮਿੱਤਰ ਹੈ, ਭਾਈ ਹੈ, ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ, ਗੁਰੂ ਦੇ ਹੁਕਮ ਅਨੁਸਾਰ ਚੱਲਦਾ ਹੈ। ਔਰ ਜਿਹੜੀ ਚੀਜ਼ ਮਰਿਆਦਾ ਵਿੱਚ ਚੱਲਦੀ ਹੈ ਉਹ ਚੀਜ਼ ਜਿਹੜੀ ਹੈ ਸੁਖੀ ਰਹਿੰਦੀ ਹੈ। ਜਿਹੜੀ ਮਰਿਆਦਾ ਨੂੰ ਤੋੜਦੀ ਹੈ ਉਹ ਚੀਜ਼ ਫਿਰ ਦੁੱਖਾਂ ਦੀ ਪੰਡ ਸਿਰ 'ਤੇ ਚੁੱਕ ਲੈਂਦੀ। ਹਵਾ ਚੱਲਦੀ ਹੈ ਮਰਿਆਦਾ ਵਿੱਚ, ਬੜਾ ਸੁੱਖ ਦਿੰਦੀ ਹੈ, ਪਰ ਇਹ ਹਵਾ ਤੂਫਾਨ ਬਣ ਜਾਵੇ, ਹਨੇਰੀ ਬਣ ਜਾਵੇ ਤਾਂ ਦੁੱਖ ਹੈ। ਘਰਾਂ ਦੇ ਘਰ ਉਜਾੜ ਸਕਦੀ ਹੈ। ਅੱਗ ਘਰ ਦੇ ਵਿੱਚ ਭੋਜਨ ਬਣਾਉਂਦੇ ਹਾਂ, ਕਿੰਨਾ ਸੁੱਖ ਦਿੰਦੀ ਹੈ, ਪਰ ਅੱਗ ਭਾਂਬੜ ਬਣ ਜਾਵੇ ਅਤੇ ਘਰ ਨੂੰ ਸਾੜ ਕੇ ਸਵਾਹ ਵੀ ਕਰ ਸਕਦੀ ਹੈ। ਪਾਣੀ ਇੱਕ ਮਰਿਆਦਾ ਵਿੱਚ ਚੱਲਦਾ ਹੈ, ਪਿਆਸ ਬੁਝਾਉਂਦਾ ਹੈ, ਕਈ ਕਾਰਜ ਸਵਾਰਦਾ ਹੈ, ਪਰ ਜੇ ਕਿਤੇ ਵਗਦਾ ਹੋਇਆ ਪਾਣੀ ਹੜ੍ਹ ਬਣ ਜਾਵੇ ਤਾਂ ਇਹ ਬਹੁਤ ਨੁਕਸਾਨ ਕਰ ਸਕਦਾ ਹੈ। ਕਿੰਨੀ ਫਸਲ ਦੀ ਬਰਬਾਦੀ ਹੁੰਦੀ ਹੈ, ਕਿੰਨੇ ਘਰ ਜਿਹੜੇ ਹਨ ਉਹ ਤਬਾਹ ਹੋ ਜਾਂਦੇ ਹਨ। ਆਪਾਂ ਆਮ ਵੇਖਦੇ ਹੀ ਹਾਂ। ਪਿੱਛੇ ਜੀ ਜਦੋਂ ਕਈ ਸਾਲ ਪਹਿਲਾਂ ਜਾਪਾਨ ਦੇ ਵਿੱਚ ਸੁਨਾਮੀ ਆ ਗਈ ਸੀ, ਤੁਸੀਂ ਅੰਦਾਜ਼ਾ ਲਾਓ, ਪਾਣੀ ਨੇ ਸਿਰਫ ਮਰਿਆਦਾ ਤੋੜੀ ਆਪਣੀ ਅਤੇ ਕਿੰਨੀ ਤਬਾਹੀ ਮਚਾ ਦਿੱਤੀ ਸੀ। ਬਿਹਾਰ ਦੇ ਵਿੱਚ ਅੱਜ ਵੀ ਆਪਾਂ ਵੇਖਦੇ ਹਾਂ, ਬੰਬਈ ਦੀ ਧਰਤੀ 'ਤੇ 2005 ਦੇ ਵਿੱਚ ਪਾਣੀ ਹੜ੍ਹ ਦਾ ਰੂਪ ਬਣ ਕੇ ਆ ਗਿਆ। ਤਾਂ ਇੱਕ ਮਰਿਆਦਾ ਵਿੱਚ ਆਪ ਜੀ ਸੜਕ 'ਤੇ ਚੱਲਦੇ ਹੋ ਅਤੇ ਮੈਂ ਵੇਖਦਾ ਬੰਦੇ ਨੂੰ ਜਿਵੇਂ ਹੀ ਲਾਲ ਬੱਤੀ ਹੋ ਜਾਂਦੀ ਬ੍ਰੇਕਾਂ ਮਾਰ ਲੈਂਦਾ। ਕਿੰਨਾ ਡਰ ਹੈ, ਕਿਉਂਕਿ ਇਹਨੂੰ ਪਤਾ ਹੈ ਵੀ ਜੇ ਮੈਂ ਅੱਗੋਂ ਕ੍ਰੋਸ ਕਰ ਗਿਆ ਰੈੱਡ ਲਾਈਟ 'ਤੇ ਫਿਰ ਅਗਲਿਆਂ ਚਲਾਨ ਘਰ ਹੀ ਕਰ ਦੇਣਾ ਜਾਂ ਫੜ ਦੇਣਗੇ ਅਗਲੇ। ਹੁਣ ਤਾਂ ਹੋਰ ਵਿਕਸਿਤ ਹੋ ਗਏ ਨੇ, ਕੈਮਰੇ ਲਾਏ ਨੇ, ਚਲਾਨ ਘਰਾਂ 'ਚ ਪਹੁੰਚ ਜਾਂਦੇ ਨੇ ਵੀ ਇੰਨਾ ਤੁਸੀਂ ਹੁਣ ਭਰਨਾ ਹੀ ਭਰਨਾ ਹੈ। ਪਹਿਲਾਂ ਭਾਵੇਂ ਬੰਦਾ ਅੱਖ ਬਚਾ ਕੇ ਨਿਕਲ ਜਾਂਦਾ ਸੀ, ਹੁਣ ਉਹ ਗੱਲਬਾਤ ਨਹੀਂ ਰਹੀ। ਹੁਣ ਤਰੱਕੀ ਕਰ ਲਈ ਮਨੁੱਖ ਨੇ। ਅਸੀਂ ਸਿਆਣੇ ਹਾਂ ਅਤੇ ਉਹ ਵੀ ਸਿਆਣੇ ਹੋ ਗਏ ਨੇ। ਹੁਣ ਜਿਹੜੀ ਚੀਜ਼ ਮਰਿਆਦਾ ਵਿੱਚ ਹੈ ਉਹ ਚੀਜ਼ ਜਿਹੜੀ ਹੈ ਬਿਲਕੁਲ ਠੀਕ ਹੈ। ਇਸੇ ਤਰ੍ਹਾਂ ਜੀਵਨ ਹੈ। ਜੇ ਇਹਨੂੰ ਆਪਾਂ ਗੁਰੂ ਦੀ ਸਿੱਖਿਆ ਮੁਤਾਬਕ ਇੱਕ ਮਰਿਆਦਾ ਵਿੱਚ ਬਤੀਤ ਕਰਾਂਗੇ ਤਾਂ ਬੜਾ ਸੁੱਖ ਹੈ, ਪਰ ਜੇ ਆਪਾਂ ਯਤਨ ਕਰਾਂਗੇ ਗੁਰੂ ਦੀ ਮਰਿਆਦਾ ਨੂੰ ਭੰਗ ਕਰਕੇ ਆਪਣੀ ਮਰਜ਼ੀ ਕਰਨ ਦੀ ਤਾਂ ਫਿਰ ਦੁੱਖ ਵੀ ਨੇ। ਫਿਰ ਇਹਦੇ ਵਿੱਚ ਦੋਸ਼ ਕਿਸੇ ਨੂੰ ਦੱਦਾ, ਦੋਸ਼ ਨਾ ਦੇਊ ਕਿਸੇ। ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ,
ਦੋਸ਼ ਨ ਦੀਜੈ ਅਵਰ ਜਣਾ। ਨਾਰਾਇਣ ਨਿੰਦ ਸਕਾਏ ਭੂਲੀ ਗਾਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਐਵੇਂ ਰੱਬ ਨੂੰ ਨਾ ਨਿੰਦਿਆ ਕਰ, ਐਵੇਂ ਲੋਕਾਂ ਨੂੰ ਨਾ ਨਿੰਦਿਆ ਕਰ। ਦੁਕ੍ਰਿਤ ਸੁਕ੍ਰਿਤ, ਚੰਗਾ ਮੰਦਾ ਜੋ ਵੀ ਤੇਰੇ ਕੋਲ ਹੈ ਉਹ ਤੇਰਾ ਆਪਣਾ ਹੈ। ਗੁਰੂ ਨੇ ਤੇ ਸਮਝਾ ਦਿੱਤਾ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੇਸਗੜ੍ਹ ਦੀ ਧਰਤੀ ਦੇ ਉੱਤੇ 4 ਕੁਰੈਤਾਂ ਦਸੀਆਂ, ਜਿਨ੍ਹਾਂ ਵਿੱਚੋਂ ਇੱਕ ਪਰ ਇਸਤਰੀ ਪਰ ਪੁਰਖ ਦਾ ਸੰਗ। ਉਹਦੀ ਆਪਾਂ ਕੱਲ ਵਿਚਾਰ ਕਰ ਲਈ ਸੀ। ਦੂਸਰੀ ਜਿਹੜੀ ਹੈ ਉਹ ਹੈ ਕੁੱਠਾ ਨਹੀਂ ਖਾਣਾ। ਹੁਣ ਸਾਡੇ ਸਿੱਖ ਕਈ ਵਾਰੀ ਇਹ ਸੋਚ ਲੈਂਦੇ ਨੇ ਵੀ ਜੇ ਮਹਾਰਾਜ ਨੇ ਕੁੱਠਾ ਨਹੀਂ ਖਾਣਾ ਤਾਂ ਸ਼ਾਇਦ ਆਪਾਂ ਦੂਜਾ ਖਾ ਸਕਦੇ ਹਾਂ। ਇਹ ਗੱਲ ਸਾਨੂੰ ਸਮਝਣੀ ਪਵੇਗੀ। ਹਾਲਾਂਕਿ ਮਹਾਰਾਜ ਨੇ ਬਾਣੀ ਵਿੱਚ ਆਖਿਆ ਵੀ ਇੱਕ ਬਹਿਸ ਦਾ ਵਿਸ਼ਾ ਹੈ, ਮਾਸ ਮਾਸ ਕਰ ਮੂਰਖ ਝਗੜੇ। ਇੱਕ ਝਗੜਾ ਸਦੀਆਂ ਤੋਂ ਰਿਹਾ ਹੈ। ਇਹ ਕੇਵਲ ਗੁਰੂ ਨਾਨਕ ਦੇ ਮਹਾਰਾਜ ਜੀ ਆਏ ਨੇ ਉਦੋਂ ਤੋਂ ਨਹੀਂ, ਇਹ ਪਹਿਲਾਂ ਤੋਂ ਹੀ ਸੀ। ਕੁਝ ਲੋਕ ਇਹਦਾ ਵਿਰੋਧ ਕਰਦੇ ਨੇ, ਕੁਝ ਲੋਕ ਇਹਦੀ ਹਾਮੀ ਭਰਦੇ ਨੇ। ਸਿੱਖ ਸਮਾਜ ਵਿੱਚ ਵੀ ਕੁਝ ਲੋਕ ਇਹਦੀ ਹਾਮੀ ਭਰਦੇ ਨੇ, ਕੁਝ ਲੋਕ ਇਹਦੀ ਮਨਾਹੀ ਕਰਦੇ ਨੇ। ਇੱਕ ਮਹਾਰਾਜ ਨੇ ਆਖਿਆ ਬਹਿਸ ਦਾ ਵਿਸ਼ਾ ਹੈ, ਝਗੜੇ ਦਾ ਵਿਸ਼ਾ ਹੈ। ਪਰ ਮਹਾਰਾਜ ਨੇ ਇਹ ਗੱਲ ਕਿਉਂ ਆਖੀ ਵੀ ਕੁੱਠਾ ਨਹੀਂ ਖਾਣਾ? ਇਹਦਾ ਇੱਕ ਬੜਾ ਵੱਡਾ ਕਾਰਨ ਸੀ। ਸਭ ਤੋਂ ਪਹਿਲਾਂ ਜਦੋਂ ਕਿਸੇ ਕੌਮ ਨੂੰ ਗੁਲਾਮ ਬਣਾਉਣਾ ਹੋਵੇ ਜਾਂ ਦੇਸ਼ ਨੂੰ ਗੁਲਾਮ ਬਣਾਉਣਾ ਹੋਵੇ, ਉਹਨੂੰ ਸ਼ਸਤਰਹੀਣ ਕੀਤਾ ਜਾਂਦਾ ਹੈ। ਜਦੋਂ ਇਸ ਦੇਸ਼ ਦੇ ਅੰਦਰ ਪਠਾਨ ਆਏ ਨੇ ਜਾਂ ਮੁਗਲ ਆਏ ਨੇ, ਤੁਰਕ ਆਏ ਨੇ, ਜਦੋਂ ਆਏ ਉਹਨਾਂ ਕੀ ਵੇਖਿਆ ਵੀ 4 ਸ਼੍ਰੇਣੀਆਂ ਨੇ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, 4 ਨੇ। ਬ੍ਰਾਹਮਣ ਨੇ ਜਿਹੜੀਆਂ 3 ਸ਼੍ਰੇਣੀਆਂ ਨੇ, ਜਿਵੇਂ ਬ੍ਰਾਹਮਣ ਆਪ ਹੋ ਗਿਆ, ਇਹਨੇ ਆਪ ਦੇ ਕਦੀ ਹਥਿਆਰ ਸ਼ਸਤਰ ਚਲਾਇਆ ਨਹੀਂ ਸੀ, ਕਿਉਂਕਿ ਇਹਨੇ ਆਖਿਆ ਸੀ ਮੈਂ ਕੇਵਲ ਵੇਦ ਪੜ੍ਹਦਾ ਹਾਂ, ਧਾਰਮਿਕ ਗ੍ਰੰਥ ਪੜ੍ਹਨਾ ਮੇਰਾ ਕੰਮ ਹੈ ਅਤੇ ਮੈਂ ਦੂਜਿਆਂ ਨੂੰ ਪੜ੍ਹ ਕੇ ਸੁਣਾਉਣਾ ਹੈ। ਨਾਲ ਉਹਨੇ ਵੀ ਕਹਿ ਦਿੱਤਾ ਵੀ ਬਾਕੀ ਹੋਰ ਕੋਈ ਨਹੀਂ ਪੜ੍ਹ ਸਕਦਾ, ਨਾ ਖੱਤਰੀ ਪੜ੍ਹ ਸਕਦਾ ਹੈ, ਨਾ ਵੈਸ਼ ਅਤੇ ਨਾ ਸ਼ੂਦਰ। ਸ਼ੂਦਰ ਤੇ ਭਗਵਾਨ ਦੇ ਮੰਦਰ ਵਿੱਚ ਵੀ ਨਹੀਂ ਜਾ ਸਕਦਾ, ਉਹ ਸੁਣਨ ਦੀ ਤੇ ਗੱਲ ਦੂਰ ਹੈ। ਜੇ ਕਿਸੇ ਸ਼ੂਦਰ ਨੇ ਕੋਈ ਭੁਲੇਖੇ ਨਾਲ ਸੁਣ ਵੀ ਲਿਆ ਤੇ ਉਹਦੇ ਕੰਨ ਦੇ ਵਿੱਚ ਲੋਹਾ ਪਿਘਲਾ ਕੇ ਪਾ ਦਿੱਤਾ ਜਾਂਦਾ ਸੀ। ਆਪ ਜੀ ਨੂੰ ਪਤਾ ਹੀ ਹੋਏਗਾ, ਸਮੇਂ ਦੇ ਅਵਤਾਰੀ ਪੁਰਸ਼ ਰਾਮਚੰਦਰ ਨੇ ਇੱਕ ਸ਼ੂਦਰ ਦੇ ਕੰਨ ਵਿੱਚ ਲੋਹਾ ਪਿਘਲਵਾ ਕੇ ਪਾ ਦਿੱਤਾ ਸੀ। ਇਸ ਕਰਕੇ ਉਹਨੇ ਵੇਦਾਂ ਦਾ ਪਾਠ ਸੁਣ ਲਿਆ ਵੀ ਸ਼ੂਦਰ ਜਿਹੜਾ ਹੈ ਉਹ ਨਾ ਧਾਰਮਿਕ ਕਰਮ ਜਿਹੜੇ ਕਰ ਸਕਦਾ ਅਤੇ ਨਾ ਹੀ ਧਾਰਮਿਕ ਸੁਣ ਸਕਦਾ ਹੈ। ਬਾਕੀ ਜਿਹੜੇ 2 ਸਨ ਉਹਨਾਂ ਨੂੰ ਅਧਿਕਾਰ ਨਹੀਂ ਸੀ, ਉਹ ਵੀ ਇਹਦੇ ਅਧੀਨ ਸਨ। ਅਗਲੀ ਗੱਲ ਜਿਹੜੀ ਹੈ ਵੀ ਜਿਹੜਾ ਖੱਤਰੀ ਸੀ ਉਹਨਾਂ ਵਿੱਚ ਰਾਜਪੂਤ ਮਰੱਠੇ ਹੁੰਦੇ ਸਨ। ਸਿਰਫ ਉਹੀ ਜਿਹੜੇ ਹਨ ਜੰਗਾਂ ਯੁੱਧਾਂ ਕਰ ਸਕਦੇ ਸਨ, ਹਥਿਆਰ ਸ਼ਸਤਰ ਰੱਖ ਸਕਦੇ ਸਨ। ਨਾ ਬ੍ਰਾਹਮਣ ਰੱਖਦਾ ਸੀ, ਨਾ ਵੈਸ਼ ਕਾਰੋਬਾਰ ਕਰਦਾ ਸੀ, ਕੰਮਕਾਰ ਕਰਦਾ ਸੀ। ਅਤੇ ਜਿਹੜਾ ਸ਼ੂਦਰ ਹੈ ਉਹ ਬਿਲਕੁਲ ਨਿਚਲੇ ਦਰਜੇ ਦਾ ਸੀ, ਉਹਨੂੰ ਤਾਂ ਹਥਿਆਰ ਦੀ ਤਾਂ ਬਿਲਕੁਲ ਹੀ ਗੱਲ ਹੀ ਖਤਮ ਸੀ ਨਾ। ਬ੍ਰਾਹਮਣ ਨੇ ਇਹਨਾਂ ਤਿੰਨਾਂ ਨੂੰ ਬੜੇ ਤਰੀਕੇ ਨਾਲ ਵਰਤਿਆ ਸੀ। ਸਭ ਤੋਂ ਪਹਿਲਾਂ ਉਹਨੇ ਆਖਿਆ ਬ੍ਰਾਹਮਣ ਨੇ ਬਈ ਜਿਹੜਾ ਖੱਤਰੀ ਹੈ ਇਹ ਮੇਰੀ ਰੱਖਿਆ ਵਾਸਤੇ ਹੈ, ਇਹ ਮੇਰੀ ਰੱਖਿਆ ਕਰੇਗਾ। ਜਦੋਂ ਕਦੀ ਵਿਪਤਾ ਬਣੇਗੀ ਇਹਨੇ ਮੇਰੀ ਰੱਖਿਆ ਕਰਨੀ ਹੈ। ਜਿਹੜਾ ਵੈਸ਼ ਹੈ ਉਹਨੂੰ ਆਖਿਆ ਵੀ ਤੂੰ ਧਨ ਕਮਾਉਣਾ ਹੈ, ਤੂੰ ਦੌਲਤ ਕਮਾਉਣੀ ਹੈ, ਤੂੰ ਕਾਰੋਬਾਰ ਵਪਾਰ ਕਰਨਾ ਹੈ ਅਤੇ ਕਰਕੇ ਮੈਨੂੰ ਲਿਆ ਕੇ ਦੇਣਾ ਹੈ। ਜਿਹੜਾ ਤੀਸਰਾ ਸੀ ਉਹਨੂੰ ਆਖਿਆ ਵੀ ਤੂੰ ਇਹਨਾਂ ਸਾਰਿਆਂ ਦੇ ਕੰਮ ਕਰਨੇ ਨੇ, ਭਾਵ ਨਿਚਲੇ ਦਰਜੇ ਦੇ, ਜਿਵੇਂ ਗੰਦਗੀ ਦੀ ਸਫਾਈ ਕਰਨੀ, ਇਹ ਤੇਰੇ ਹਿੱਸੇ ਆਇਆ ਹੈ। ਤੂੰ ਕੋਈ ਉੱਚਾ ਕੰਮ ਨਹੀਂ ਕਰ ਸਕਦਾ, ਕੋਈ ਵੱਡਾ ਕੰਮ ਨਹੀਂ ਕਰ ਸਕਦਾ, ਤੂੰ ਨਾ ਕੋਈ ਧਰਮ ਦੇ ਕਰਮ ਕਰ ਸਕਦਾ ਹੈ, ਬਸ ਤੂੰ ਇਹਨਾਂ ਤਿੰਨਾਂ ਦੇ ਅਧੀਨ ਰਹਿਣਾ ਹੈ, ਖੱਤਰੀ ਦੇ, ਬ੍ਰਾਹਮਣ ਦੇ, ਵੈਸ਼ ਦੇ, ਇਹਨਾਂ ਦੇ ਅਧੀਨ ਰਹਿਣਾ ਹੈ। ਅਤੇ ਜਿੰਨੇ ਨਿਚਲੇ ਦਰਜੇ ਦੇ ਕੰਮ, ਹਾਲਾਂਕਿ ਕੰਮ ਕੋਈ ਉੱਚਾ ਵੱਡਾ ਨਹੀਂ ਹੁੰਦਾ, ਕੰਮ ਹੀ ਹੁੰਦਾ ਹੈ, ਪਰ ਉਹਦੇ ਮੁਤਾਬਕ ਵੀ ਜਿਹੜੀ ਗੰਦਗੀ ਸਾਫ਼ ਕਰਨੀ ਹੈ ਉਹ ਸ਼ੂਦਰ ਦੇ ਹਿੱਸੇ ਆਈ ਸੀ। ਉਹ ਇਹਨੂੰ ਸਭ ਤੋਂ ਮਾੜਾ ਕੰਮ ਸਮਝਦਾ ਸੀ। ਹੁਣ ਜਦੋਂ ਬਾਹਰਲੇ ਦੇਸ਼ਾਂ ਵਿੱਚੋਂ ਇੱਥੇ ਹਾਕਮ ਆਏ, ਉਹਨਾਂ ਵੇਖਿਆ ਵੀ 3 ਸ਼੍ਰੇਣੀਆਂ ਤੇ ਐਸੀਆਂ ਨੇ ਜਿਨ੍ਹਾਂ ਕੋਲ ਪਹਿਲਾਂ ਹੀ ਸ਼ਸਤਰ ਨਹੀਂ ਹੈਗਾ।
ਰਹਿ ਗਈ ਇੱਕ ਉਹ ਸਿਮਰੱਠੇ ਰਾਜਪੂਤ ਲੋਕ। ਉਹਨੇ ਆਖਿਆ ਵੀ ਕਿਸੇ ਤਰੀਕੇ ਨਾਲ ਇਹਨਾਂ ਦੇ ਹੱਥੋਂ ਵੀ ਸ਼ਸਤਰ ਹਥਿਆਰ ਖੋਇਆ ਜਾਵੇ। ਪਰ ਕਿਵੇਂ? ਉਹਨੇ ਇੱਕ ਨਿਯਮ ਲਾਗੂ ਕਰ ਦਿੱਤਾ ਵੀ ਦੇਸ਼ ਦੇ ਅੰਦਰ ਸਿਰਫ ਕੋਈ ਵੀ ਅਗਰ ਮਾਸ ਖਾ ਸਕਦਾ ਏ ਤੇ ਉਹ ਕੇਵਲ ਕਸਾਈ ਦੇ ਹੱਥ ਦਾ ਖਾ ਸਕਦਾ ਏ, ਇਸ ਤੋਂ ਇਲਾਵਾ ਹੋਰ ਕੋਈ ਨਹੀਂ ਖਾ ਸਕਦਾ। ਇਹਦਾ ਸਿੱਧਾ ਜਿਹਾ ਭਾਵ ਇਹ ਸੀ ਵੀ ਕਸਾਈ ਜਿਹੜਾ ਮਾਸ ਦਿੰਦਾ ਸੀ ਉਹ ਕੋਹ ਕੇ ਇੱਕ ਜੀਵ ਨੂੰ ਕੋਹ ਕੇ ਤੇ ਕਲਮਾ ਪੜ੍ਹ ਕੇ, ਇਸਲਾਮੀ ਮੱਤ ਵਿੱਚ ਕਲਮਾ ਪੜ੍ਹਿਆ ਜਾਂਦਾ ਏ ਤੇ ਜੀਵ ਨੂੰ ਕੋਹਿਆ ਜਾਂਦਾ ਏ ਤੇ ਫਿਰ ਉਹਨੂੰ ਕੋਹ ਕੇ ਬਣਾ ਕੇ ਦਿੱਤਾ ਜਾਂਦਾ ਏ। ਹੁਣ ਇਹਦਾ ਸਿੱਧਾ ਸੰਬੰਧ ਸੀ ਗੁਲਾਮੀ ਦੇ ਨਾਲ, ਵੀ ਜਿਹੜੇ ਚਾਰ ਪਹਿਲਾਂ ਹੀ ਲੋਕ ਸ਼ਸਤਰ ਫੜ ਕੇ ਬੈਠੇ ਨੇ ਉਹ ਖੱਤਰੀ ਜਿਨ੍ਹਾਂ ਨੂੰ ਆਖਿਆ ਜਾਂਦਾ ਸੀ, ਉਹਨਾਂ ਤੋਂ ਵੀ ਸਿੱਧੇ ਉਹ ਸ਼ਸਤਰ ਜਿਹੜਾ ਖੋਹ ਲਿਆ ਗਿਆ ਵੀ ਨਾ ਤੁਸੀਂ ਸ਼ਿਕਾਰ ਖੇਡ ਸਕਦੇ ਹੋ, ਨਾ ਹੀ ਤੁਸੀਂ ਕਹਿ ਲਗੇ ਆਪਣੇ ਤਰੀਕੇ ਨਾਲ ਮਾਸ ਖਾ ਸਕਦੇ ਹੋ, ਵੀ ਤੁਸੀਂ ਜੇ ਖਾਣਾ ਹੈ ਤੇ ਕਸਾਈ ਕੋਲੋਂ ਲੈ ਕੇ ਖਾਣਾ ਹੈ ਤੇ ਜਿਹੜਾ ਕਲਮਾ ਪੜ੍ਹਿਆ ਹੋਵੇ। ਇਹੀ ਕਾਰਨ ਸੀ ਕਿ ਬਾਬੇ ਨਾਨਕ ਨੇ ਬਾਣੀ ਵਿੱਚ ਇਹ ਬਚਨ ਉਚਾਰਨ ਕਰ ਦਿੱਤਾ, ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ। ਖੱਤਰੀ ਆਪਣਾ ਧਰਮ ਛੱਡ ਬੈਠੇ। ਮਲੇਸ਼ ਕੌਣ ਸਨ? ਇਸਲਾਮਕ ਲੋਕ, ਹਾਕਮ ਲੋਕ ਜਿਹੜੇ ਆਏ ਸਨ, ਉਹਨਾਂ ਦੀ ਬੋਲੀ ਬੋਲਣ ਲੱਗ ਪਏ। ਹੁਣ ਇਹ ਅੰਦਰ ਤਾਂ ਭਾਵੇਂ ਧਰਮ ਦੇ ਆਪਣੇ ਕਰਮ ਕਰਦੇ ਸਨ, ਪਰ ਬਾਹਰ ਇਹ ਉਹਨਾਂ ਦੀ ਬੋਲੀ ਹੀ ਬੋਲਦੇ ਸਨ। ਇਹ ਬਾਬੇ ਨਾਨਕ ਨੇ ਫਿਰ ਇਹ ਗੱਲ ਆਖੀ ਵੀ ਭਲਿਓ ਤੁਹਾਡਾ ਧਰਮ ਕੀ ਸੀ ਤੇ ਤੁਸੀਂ ਬਣਾ ਕੀ ਲਿਆ? ਤੁਸੀਂ ਤਾਂ ਆਪਣਾ ਖੱਤਰੀ ਧਰਮ ਛੱਡ ਬੈਠੇ ਹੋ। ਤੁਸੀਂ ਅੱਗੇ ਜਾ ਕੇ ਪੜ੍ਹੋ, ਕਲਗੀਧਰ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਜਾ ਕੇ ਖੱਤਰੀ ਕਾ ਪੂਤ ਹੂੰ ਬਾਹਮਣ ਕਾ ਨਾਹੇ। ਹੁਣ ਖੱਤਰੀ ਦਾ ਕਿਉਂ ਆਖਿਆ? ਬਾਬਾ ਨਾਨਕ ਖੱਤਰੀ ਧਰਮ ਵਿੱਚ ਸਨ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਕ ਗੱਲ ਆਖ ਦਿੱਤੀ ਵੀ ਜਿਹੜੇ ਮੇਰੇ ਸਾਹਮਣੇ ਖੱਤਰੀ ਨੇ ਨਾ, ਇਹਨਾਂ ਤੇ ਆਪਣਾ ਧਰਮ ਹੀ ਗਵਾ ਲਿਆ, ਇਹ ਤੇ ਗੁਲਾਮ ਨੇ। ਤੇ ਇਸ ਦੁਨੀਆ ਦੇ ਅੰਦਰ ਹਰ ਇੱਕ ਮਨੁੱਖ ਨੂੰ ਆਜ਼ਾਦੀ ਨਾਲ ਰਹਿਣ ਦਾ ਅਧਿਕਾਰ ਹੈ, ਕਿਸੇ ਦੇ ਅਧੀਨ ਨਹੀਂ ਰਹਿ ਸਕਦਾ। ਬਾਬੇ ਨਾਨਕ ਨੇ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ ਸੀ, ਗੁਲਾਮੀ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਬਾਬੇ ਨਾਨਕ ਨੇ। ਉਹਨਾਂ ਇਹ ਬਚਨ ਕੀਤੇ, ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਸਤਿਗੁਰ ਪਾਤਸ਼ਾਹ ਜੀ ਨੇ ਇਹਨਾਂ ਬਚਨਾਂ ਉੱਤੇ ਪਹਿਰਾ ਵੀ ਦਿੱਤਾ। ਤਾਂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਨੇ ਜੇ ਕੁੱਠਾ ਨਾ ਖਾਣ ਦੀ ਗੱਲ ਕੀਤੀ, ਉਹਦੇ ਪਿੱਛੇ ਇਹ ਨਹੀਂ ਸੀ ਵੀ ਤੁਸੀਂ ਦੂਜੀ ਤਰੀਕੇ ਨਾਲ ਖਾਓ ਤੇ ਕੁੱਠਾ ਨਹੀਂ ਖਾ ਸਕਦੇ। ਇਹਦਾ ਸਿੱਧਾ ਜਿਹਾ ਸੰਬੰਧ ਸੀ ਵੀ ਤੁਸੀਂ ਗੁਲਾਮੀ ਨੂੰ ਆਪਣੇ ਘਰ ਵੜਨ ਨਹੀਂ ਦੇਣਾ। ਜੇ ਉਹ ਕਹਿੰਦਾ ਹੈ ਵੀ ਜਬਰੀ ਵੀ ਤੂੰ ਹਥਿਆਰ ਨਹੀਂ ਰੱਖ ਸਕਦਾ, ਤੇ ਮਹਾਰਾਜ ਆਖਦੇ ਨੇ ਵੀ ਅਸੀਂ ਸ਼ਸਤਰ ਰੱਖਾਂਗੇ, ਸ਼ਸਤਰਾਂ ਦੇ ਅਭਿਆਸ ਵੀ ਕਰਾਂਗੇ, ਪਰ ਤੂੰ ਸਾਨੂੰ ਰੋਕ ਨਹੀਂ ਸਕਦਾ। ਕਿਉਂ? ਜਿਹੜਾ ਮਨੁੱਖ ਸ਼ਸਤਰ ਹੀਣ ਹੈ ਉਹ ਤੇ ਅੱਜ ਵੀ ਤੇ ਕੱਲ੍ਹ ਵੀ ਗੁਲਾਮ ਹੋਇਆ ਹੀ ਹੋਇਆ, ਤੇ ਗੁਲਾਮ ਹੋਏਗਾ ਹੀ, ਉਹਨੂੰ ਬਚਾ ਨਹੀਂ ਸਕਦੇ ਤੁਸੀਂ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਹੀ ਇਹ ਗੱਲ ਆਖੀ ਸੀ। ਹਾਲਾਂਕਿ ਬਾਣੀ ਦੇ ਵਿੱਚ ਮਾਸ ਦੇ ਸੰਬੰਧ ਵਿੱਚ ਕਈ ਬਚਨ ਆਏ ਨੇ, ਜਿਵੇਂ ਇੱਕ ਬਚਨ ਸਾਂਝਾ ਕੀਤਾ, ਮਾਸ ਮਾਸ ਕਰ ਮੂਰਖ ਝਗੜੇ, ਵੀ ਇਹ ਝਗੜੇ ਦਾ ਹੀ ਵਿਸ਼ਾ ਹੈ, ਹੋਰ ਕੁਛ ਨਹੀਂ। ਕਿਉਂ? ਜੇ ਤੁਸੀਂ ਆਖੋ ਵੀ ਖਾਣਾ ਹੈ ਤੇ ਸਾਹਮਣੇ ਵਾਲਾ ਆਖੇਗਾ ਵੀ ਨਹੀਂ ਖਾਣਾ, ਤੇ ਇੱਕ ਵਿਵਾਦ ਹੈ, ਝਗੜਾ ਹੈ, ਹੋਰ ਕੁਛ ਵੀ ਨਹੀਂ। ਹਾਂ, ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਹੋਰ ਵੀ ਗੱਲ ਨਾਲ ਆਖੀ, ਬੜੀ ਪਿਆਰੀ ਗੱਲ ਹੈ। ਗੁਰਦੇਵ ਆਖਦੇ ਨੇ ਵੀ ਕਈ ਲੋਕ ਜਿਹੜੇ ਹਨ ਉਹ ਕੇਵਲ ਰਸ ਵਾਸਤੇ, ਜੀਭ ਦੇ ਸਵਾਦ ਵਾਸਤੇ ਕੋਈ ਚੀਜ਼ਾਂ ਖਾਂਦੇ ਨੇ। ਜੀਭ ਦੇ ਸਵਾਦ ਵਾਸਤੇ ਕੋਈ ਲੋਕ ਚੀਜ਼ਾਂ ਖਾਂਦੇ ਨੇ, ਤੇ ਉਹਨੂੰ ਕਹਿੰਦੇ ਨੇ ਸਿੱਧੀ ਭਾਸ਼ਾ ਵਿੱਚ ਚਸਕਾ। ਤੇ ਚਸਕਾ ਕਿਸੇ ਵੀ ਚੀਜ਼ ਦਾ ਮਾੜਾ ਹੀ ਹੁੰਦਾ ਏ। ਬਾਣੀ ਵਿੱਚੋਂ ਪੜ੍ਹ ਲਓ ਇਹ ਬਚਨ, ਗੁਰਦੇਵ ਦਾ ਬੜਾ ਪਿਆਰਾ ਬਚਨ ਹੈ। ਮਹਾਰਾਜ ਆਖਦੇ ਨੇ, ਰਸ ਸੋਇਨਾ ਰਸ ਰੂਪਾ। ਪੜ੍ਹੋ ਮਹਾਰਾਜ ਦਾ ਪਾਵਨ ਬਚਨ। ਸਾਹਿਬ ਆਖਦੇ ਨੇ ਰਸ ਦਾ ਇੱਥੇ ਚਸਕਾ। ਗੁਰਦੇਵ ਆਖਦੇ ਨੇ ਵੀ ਸੋਨੇ ਦਾ ਚਸਕਾ ਵੀ ਬੜਾ ਮਾੜਾ ਜੀ। ਕਈਆਂ ਨੂੰ ਹੁੰਦਾ ਨਾ ਵੀ ਬਹੁਤ ਸਾਰਾ ਸੋਨਾ ਇਕੱਠਾ ਕਰ ਲਈਏ, ਚਾਂਦੀ ਇਕੱਠੀ ਕਰ ਲਈਏ। ਰਸ ਸੋਇਨਾ ਰਸ ਰੂਪਾ, ਕਾਮਣ ਰਸ ਪਰਮਲ ਕੀ ਵਾਸ। ਕਹਿਣ ਲੱਗੇ ਔਰਤ ਕਾਮਣ ਇਸਤਰੀ ਨੂੰ ਕਿਹਾ ਜਾਂਦਾ, ਭਾਵ ਕਾਮ ਵਿਸ਼ੇ ਵਿਕਾਰ, ਇਹਨੂੰ ਭੋਗਣ ਦਾ ਚਸਕਾ। ਭਾਂਤ ਭਾਂਤ ਦੀਆਂ ਸੁਗੰਧੀਆਂ ਦਾ ਚਸਕਾ। ਰਸ ਘੋੜੇ, ਹੁਣ ਅੱਜ ਕੱਲ੍ਹ ਘੋੜੇ ਤੇ ਨਹੀਂ, ਗੱਡੀਆਂ ਕਾਰਾਂ ਨੇ,
ਵੀ ਨਵੀਂ ਤੋਂ ਨਵੀਂ ਹੋਵੇ, ਮਹਿੰਗੀ ਤੋਂ ਮਹਿੰਗੀ ਹੋਵੇ, ਹੈ ਤੇ ਇਹ ਵੀ ਚਸਕਾ ਹੀ ਹੈ। ਕੰਮ ਤੇ ਇੱਕ ਨਾਲ ਵੀ ਸਰ ਸਕਦਾ ਹੈ ਘਰ ਦੇ ਵਿੱਚ, ਪਰ ਨਹੀਂ, ਨੂੰਹ ਦੀ ਵੱਖਰੀ ਹੋਵੇ, ਪੁੱਤਰ ਦੀ ਵੱਖਰੀ ਹੋਵੇ, ਭਾਈ ਦੀ ਵੱਖਰੀ ਹੋਵੇ, ਡੈਡੀ ਦੀ ਵੱਖਰੀ ਹੋਵੇ, ਮਾਤਾ ਦੀ ਵੱਖਰੀ ਹੋਵੇ, ਇੱਕ ਘਰ 'ਚ 5-5 ਗੱਡੀਆਂ, ਕੀ ਇਹ ਚਸਕਾ ਹੈ? ਘਰ ਤੇ ਇੱਕ ਵੀ ਬੜਾ ਹੈ, ਪਰ ਨਹੀਂ, 5-7 ਬੰਗਲੇ ਹੋਣੇ ਚਾਹੀਦੇ ਨੇ, 5-7 ਫਲੈਟ ਹੋਣੇ ਚਾਹੀਦੇ। ਲੋਕਾਂ ਨੂੰ ਪਤਾ ਕਿਵੇਂ ਲੱਗੇ ਵੀ ਫਲਾਣੇ ਕੋਲ ਇੰਨੇ ਨੇ। ਹੁਣ ਗੁਜ਼ਾਰਾ ਇੱਕ ਨਾਲ ਹੋ ਸਕਦਾ ਹੈ। ਅੱਛਾ, ਫਿਰ ਬੰਦਾ ਆਖੇਗਾ ਮੈਂ ਬੜਾ ਦੁਖੀ ਹਾਂ। ਕਿਉਂ? ਦੁਨੀਆ ਭਰ ਦੇ ਲਾਉਣ ਚੁੱਕੇ ਤੇ ਤੂੰ ਸਿਰ ਉੱਤੇ ਭਾਰ ਪਾਇਆ ਏ, ਤੇ ਗੁਜ਼ਾਰਾ ਇੱਕ ਨਾਲ ਹੁੰਦਾ ਸੀ, ਠੀਕ ਨਹੀਂ ਸੀ? ਪਰ ਨਹੀਂ, ਚਸਕਾ ਹੈ। ਕਿਸੇ ਵੀ ਚੀਜ਼ ਦਾ ਚਸਕਾ ਮਾੜਾ ਹੀ ਹੁੰਦਾ, ਰਸ ਮਾੜਾ ਹੀ ਹੁੰਦਾ। ਮਾਰ ਜਾਂਦੇ ਰਸ ਘੋੜੇ, ਭਾਂਤ ਭਾਂਤ ਦੀਆਂ ਗੱਡੀਆਂ ਦੇ ਰਸ ਜਿਹੜੇ ਤੂੰ ਲੈ ਰਹੇ ਹੋ ਮਾੜੇ ਹੀ ਨੇ। ਤੁਸੀਂ ਕਦੀ ਖਿਆਲ ਕਰਿਓ, ਜਦੋਂ ਬੰਦਾ 3000 ਕਮਾਉਂਦਾ ਸੀ ਉਦੋਂ ਘਰ ਦਾ ਗੁਜ਼ਾਰਾ ਬੜਾ ਵਧੀਆ ਚੱਲਦਾ ਸੀ, ਤੇ ਅੱਜ 30-40 ਕਮਾਉਂਦਾ ਤਾਂ ਵੀ ਦੁਖੀ ਹੈ। ਉਹਨੂੰ ਬੰਦਾ ਪੁੱਛੇ ਵੀ 3 'ਚ ਤੇ ਤੂੰ ਸੁਖੀ ਸੈਂ, ਕੋਈ ਸਾਲ ਪਹਿਲਾਂ 2 ਸਾਲ ਪਹਿਲਾਂ, ਹੁਣ 30 ਹੋ ਗਈ ਹੈ ਤੇ ਤੂੰ ਦੁਖੀ ਹੈ। ਕਾਰਨ ਕੀ ਹੈ? ਜਿਵੇਂ ਜਿਵੇਂ ਬੰਦੇ ਕੋਲ ਮਾਇਆ ਵੱਧਦੀ ਉਹਨੇ ਬੰਦੇ ਖਰਚੇ ਵੀ ਵਧਾ ਲੈਂਦੇ ਨੇ। ਖਰਚੇ ਵੱਧ ਗਏ ਨੇ, ਹੁਣ 2-2 3-3 ਫੋਨ ਘਰ ਦੇ ਵਿੱਚ, ਤੇ ਕੋਈ 500-600 ਦਾ ਰਿਚਾਰਜ ਵੀ ਕੋਈ ਮਹੀਨੇ ਦਾ ਕਰਾਉਣਾ ਪੈਂਦਾ, ਤੇ 18-17-1900 ਤੇ ਇਹੀ ਹੋ ਜਾਂਦੇ ਨੇ। ਅੱਛਾ, ਫਿਰ ਹੋਰ ਪਹਿਲਾਂ ਏਸੀ ਨਹੀਂ ਸੀ, ਹੁਣ ਏਸੀ ਵੀ ਹਰ ਕਮਰੇ 'ਚ ਏਸੀ ਲੱਗਿਆ, ਤੇ ਬਿੱਲ ਵੀ ਤਾਂ ਦੇਣਾ ਨਾ। ਖਰਚਾ ਵਧਿਆ ਕਿ ਨਹੀਂ? ਹੁਣ ਖਰਚੇ ਵੱਧ ਗਏ। ਪਹਿਲਾਂ ਦਾਲ ਪ੍ਰਸ਼ਾਦੇ ਨਾਲ ਘਰ ਦਾ ਕੰਮ ਚੱਲਦਾ ਸੀ, ਹੁਣ 2-4 ਸਬਜ਼ੀਆਂ ਜਿੰਨਾ ਚਿਰ ਨਾ ਬਣਨ ਤੇ ਸਵਾਦ ਨਹੀਂ ਆਉਂਦਾ, ਚਸਕਾ ਹੈ। ਕਹਿਣ ਤੋਂ ਭਾਵ ਇਹ ਹੈ ਵੀ ਤੂੰ ਖਰਚੇ ਵੀ ਤਾਂ ਜ਼ਿੰਦਗੀ ਦੇ ਵਧਾ ਲਏ ਨੇ ਨਾ। ਇਹ ਖਿਆਲ ਨਹੀਂ ਕਦੀ ਅਸੀਂ ਕਰਦੇ ਵੀ ਜ਼ਿੰਦਗੀ ਦੇ ਖਰਚੇ ਕਿੰਨੇ ਵਧਾ ਲਏ ਨੇ। ਜੇ ਖਰਚਿਆਂ ਨੂੰ ਘੱਟ ਕਰ ਦੇ ਤੇ ਉਹੀ ਜੀਵਨ ਸੁਖੀ ਹੋ ਜਾਵੇ, ਸੁਖੈਨ ਹੋ ਜਾਵੇ। ਪਰ ਨਹੀਂ, ਰਸ ਘੋੜੇ, ਰਸ ਸੇਜਾਂ ਮੰਦਰ। ਮਹਾਰਾਜ ਦੀ ਬਾਣੀ ਇੱਕ ਇੱਕ ਗੱਲ ਜਿਹੜੀ ਇਹ ਸਪਸ਼ਟ ਗੁਰੂ ਪਾਤਸ਼ਾਹ ਜੀ ਨੇ ਲਿਹਾਜ਼ ਨਹੀਂ ਕੀਤਾ ਗੱਲ ਕਰਨ ਵਿੱਚ। ਕਹਿਣ ਲੱਗੇ ਤੈਨੂੰ ਚਸਕਾ ਘੋੜਿਆਂ ਦਾ, ਅੱਜ ਗੱਡੀਆਂ ਦਾ ਚਸਕਾ। ਅੱਛਾ, ਪਹਿਲਾਂ ਬਾਅਦ 'ਚ ਮਹਾਰਾਜ ਨੇ ਇਹ ਗੱਲ ਆਖੀ, ਰਸ ਸੇਜਾਂ ਮੰਦਰ, ਵੱਡੇ ਵੱਡੇ ਘਰ, ਵੱਡੇ ਵੱਡੇ ਬੰਗਲਿਆਂ ਦੇ ਰਸ ਚਸਕੇ। ਐਂ ਜਦੋਂ ਦੂਜਿਆਂ ਦੇ ਵੇਖਦਾ ਤੇ ਫਿਰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਵੀ ਮੇਰੇ ਕੋਲ ਵੀ ਹੋਣ। ਅੱਛਾ, ਮੇਰੇ ਕੋਲ ਕਿਵੇਂ ਹੋਣ? ਇੰਨੀ ਕਮਾਈ ਨਹੀਂ, ਪਰ ਸੁਪਨੇ ਬਹੁਤ ਵੱਡੇ ਨੇ। ਕਮਾਈ ਨਹੀਂ, ਪਰ ਸੁਪਨੇ ਬਹੁਤ ਵੱਡੇ ਨੇ। ਇਹੀ ਕਾਰਨ ਹੈ ਬਾਬਾ ਫਰੀਦ ਜੀ ਨੇ ਆਖਿਆ ਸੀ, ਫਰੀਦਾ ਰੁੱਖੀ ਮਿੱਸੀ ਖਾਏ ਕਹੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਹੁਣ ਚੋਪੜੀ ਦਾ ਮਤਲਬ ਇਹ ਥੋੜ੍ਹਾ ਸੀ ਵੀ ਫੁਲਕੇ ਕੋ ਚੋਪੜ ਕੇ ਖਾਣ ਡਿਆ ਤੇ ਉਧਰ ਨਹੀਂ। ਇਹਦਾ ਭਾਵ ਇਹ ਸੀ ਵੀ ਕਿਸੇ ਦੀ ਅਮੀਰੀ ਨੂੰ ਵੇਖ ਕੇ ਤੂੰ ਕਿਉਂ ਦੁਖੀ ਹੁੰਦਾ? ਜੇ ਤੇਰੇ ਕੋਲ ਥੋੜ੍ਹਾ ਹੈ ਤੇ ਥੋੜ੍ਹਾ ਸਬਰ ਕਰਕੇ ਆਪਣੇ ਜੀਵਨ ਨੂੰ ਬਤੀਤ ਕਰ ਤੇ ਮਾਲਕ ਦਾ ਸ਼ੁਕਰਾਨਾ ਕਰ। ਅਕਸਰ ਜ਼ਿੰਦਗੀ ਇਸ ਤਰ੍ਹਾਂ ਜੀਵੋ, ਆਪਣੇ ਤੋਂ ਨੀਵੇਂ ਨੂੰ ਵੇਖ ਕੇ। ਕਦੀ ਲੰਘਦੇ ਹੋਏ ਸੜਕ 'ਤੇ ਵੇਖਿਓ ਜਿਹੜੇ ਲੋਕ ਫੁੱਟਪਾਥ ਦੇ ਉੱਤੇ ਪਏ ਹੋਏ ਨੇ ਵਿਚਾਰੇ, ਜਿਨ੍ਹਾਂ ਦੇ ਸਿਰ 'ਤੇ ਛੱਤ ਵੀ ਨਹੀਂ, ਤੇ ਤੂੰ ਸ਼ੁਕਰ ਮਨਾ ਵੀ ਤੈਨੂੰ ਛੱਤ 'ਤੇ ਦਿੱਤੀ ਰੱਬ ਨੇ। ਉਹਨਾਂ ਕੋਲ ਤਾਂ ਛੱਤ ਵੀ ਨਹੀਂ, ਮੀਂਹ ਹਨੇਰੀ ਆਵੇ, ਤੂਫਾਨ ਆਵੇ, ਜ਼ਿੰਦਗੀ ਕਿਵੇਂ ਬਤੀਤ ਕਰਦੇ ਨੇ। ਤੇ ਜਰਾ ਆਪਣਾ ਹਿਸਾਬ ਲਾ, ਤੈਨੂੰ ਸੋਹਣਾ ਮਹਾਰਾਜ ਨੇ ਘਰ ਦਿੱਤਾ, ਪਰਿਵਾਰ ਦਿੱਤਾ, ਤੇ ਤੂੰ ਤਾਂ ਵੀ ਦੁਖੀ ਹੈ। ਉਹਨਾਂ ਕੋਲ ਥੱਲੇ ਪੈਣ ਵਾਸਤੇ ਕੁਛ ਵੀ ਨਹੀਂ, ਤੇਰੇ ਕੋਲ ਇੰਨੀ ਪਿਆਰੀ ਸੇਜਾ ਹੈ, ਸੋਹਣੇ ਕੀਮਤੀ ਫਰਨੀਚਰ ਨੇ, ਬੈੱਡ ਨੇ, ਗੱਦੇ ਨੇ, ਤਾਂ ਵੀ ਤੈਨੂੰ ਨੀਂਦ ਨਹੀਂ ਆਉਂਦੀ, ਤਾਂ ਵੀ ਦੁਖੀ ਹੈ। ਉਹ ਉੱਥੇ ਵੀ ਸੁੱਤੇ ਹੋਏ ਮੌਜ ਵਿੱਚ ਨੇ। ਤਾਂ ਗੁਰੂ ਪਿਆਰ ਵਾਲਿਓ, ਹਮੇਸ਼ਾ ਆਪਣੇ ਤੋਂ ਵੱਡੇ ਨੂੰ ਵੇਖ ਕੇ ਨਾ ਜੀਵੋ, ਆਪਣੇ ਤੋਂ ਥੱਲੇ ਵਾਲੇ ਨੂੰ ਵੇਖ ਕੇ ਜੀਵੋ। ਵੀ ਜੋ ਤੇਰੇ ਕੋਲ ਹੈ ਅੱਜ, ਬਹੁਤਿਆਂ ਕੋਲ ਉਹ ਵੀ ਨਹੀਂ। ਬਹੁਤੇ ਸੰਸਾਰ ਦੇ ਲੋਕ ਜਿਹੜੇ ਹਨ, ਉਹਨਾਂ ਕੋਲ ਇਹ ਵੀ ਚੀਜ਼ਾਂ ਨਹੀਂ। ਤੇ ਤਾਂ ਕਾਸ਼ ਕਿਤੇ ਤੈਨੂੰ ਸ਼ੁਕਰ ਕਰਨ ਦੀ ਜਾਚ ਆਵੇਗੀ। ਸ਼ੇਖ ਸਾਦੀ ਦੀ ਇੱਕ ਬੜੀ ਪਿਆਰੀ ਘਟਨਾ ਹੈ। ਕਹਿੰਦੇ ਮੈਂ ਰੋਜ਼ ਖੁਦਾ ਦੇ ਦਰ 'ਤੇ ਨਵਾਜ਼ ਪੜ੍ਹਨ ਵਾਸਤੇ ਜਾਂਦਾ ਸਾਂ, ਪਰ ਕਹਿ ਲਗੇ ਮੇਰੇ ਪੈਰਾਂ ਵਿੱਚ ਜੁੱਤੀ ਨਹੀਂ ਸੀ। ਕਿਉਂ? ਮੇਰੇ ਕੋਲ ਇੰਨੀ ਮਾਇਆ ਨਹੀਂ ਸੀ ਕਿ ਮੈਂ ਜੁੱਤੀ ਲੈ ਸਕਦਾ, ਪਰ ਮੈਂ ਖੁਦਾ ਦੀ ਇਬਾਦਤ ਕਰਨ ਵਾਸਤੇ ਜਾਂਦਾ ਸਾਂ, ਰੋਜ਼ ਜਾਂਦਾ ਸਾਂ। ਕਹਿ ਲਗੇ ਸਵੇਰੇ ਸ਼ਾਮ ਤੇ ਚਲੋ ਮੌਸਮ ਠੀਕ ਹੁੰਦਾ ਸੀ, ਪਰ ਦੁਪਹਿਰ ਨੂੰ ਬੜੀ ਧੁੱਪ ਹੁੰਦੀ ਸੀ ਤੇ ਧਰਤੀ ਤਪਦੀ ਹੁੰਦੀ ਸੀ। ਮੈਂ ਰੋਜ਼ ਖੁਦਾ ਨੂੰ ਜਾ ਕੇ ਇਹ ਗਿਲਾ ਸ਼ਿਕਵਾ ਕਰਨਾ ਵੀ ਰੋਜ਼
तेरे दर ते आउना वा, तेरा सेवक हाँ, तो तू अपने सेवक नूं घट्टो घट्ट एक जुत्ती लै दे। हुण तां जमाना बदल गया, हुण ना होवे तो गुरुद्वारे किसी होर दी पा के तुर जांदे ने, अपनी पुरानी छड्ड जांदे ने, सस्ती वाली ते महंगी वाली पा के आओ जांदे ने, कई वारी आंदे। हुण वो जमाना नहीं रहा। वो कहन लगा मैं तेरा सेवक हाँ, तेरे दर ते आउना आ, घट्टो घट्ट एक जुत्ती लै दे। गुरु प्यार वालिओ, की वेखदा है शेख सादी? रोज़ ही गिले शिकवे की जिंदगी बतीत करता है। 2 दिन 4 दिन हफ्ता 10 दिन। एक दिन वो समा आया जदों की वेख्या अज नवाज पढ़न वास्ते आया है, तो सामने एक वो मनुख जिंदियां लत्तां नहीं हैगियां, लत्तां ही नहीं हैगियां। हुण वो सिजदा पिया करदा सी ते आखदा सी, ऐ खुदा तेरा शुक्र है कि तू मैनू वक्त सिर अपने दर ते बुला लेना है, तो मैं तेरे दर ते बह के इबादत करदा, तेरा शुक्र है। शेख सादी दी अखां विचों पानी आ गया, कहने लगा, है खुदा आ वेख इहदियां लत्तां नहीं तां भी शुक्र कर रहा है, मेरे कोल पैर ने लत्तां ने, तुर के आ सकदा वां तां भी ना शुक्र आवां। ना शुक्र ही नहीं बनना। गुरु प्यार वालिओ, सतगुर सच्चे पातशाह जी ने ये गल सानू समझा दी कि जे तू दुनिया दे अंदर चस्कियां नूं वेखेगा तो फिर समझ नहीं भी वो चस्के हो सकते तेनों भी डोब देन। रस घोड़े, रस सेजा मंदर, रस मिठा, रस मास, ये भी तो एक चस्का है ना खान का। खान दियाँ होर भी बहुत सारिया चीज़ां ने, पर तेरा चित इत्थे क्यों रुकदा है आके? क्योंकि चस्का है। हुण कोई जरूरी थोड़ा भी लोड़ है, कोई मजबूरी है भी ये खाना ही पै रहा सानू। एक तो नहीं मजबूरी है भी होर कोई चीज़ है नहीं, भांत भांत दे फल ने, भांत भांत दे प्रशादे आपां वेखने, सब्जियां ने, पर नहीं चस्का है। बाबे नानक दी बाणी कह रही भी जे तेनू चस्का है तो फिर तू नहीं छड्ड सकदा। तो चस्का किसी भी चीज़ का माड़ा है, मिठे का चस्का भी माड़ा है। डॉक्टर ने आख्या भी 200-400 दिन शुगर ही नहीं वध गई है, भी तू ना खाया कर, कहता कोई गल नहीं, रह नहीं सकता, खाना जरूरी है। नहीं रह सकता तो फिर बीमार होंदा है। इस करके महाराज बाणी विच आखदे ने भी भलिया इन्हां चीज़ां दा चस्का जिहड़ा है वो माड़ा है, भावें मिठे का, भावें मास का, भावें घर का, भावें दौलत का, किसी भी चीज़ का वो चस्का माड़ा ही होंदा है। इस करके गुरु महाराज ने दोवें गल्लां स्पष्ट कर दित्तियां भी गुलामी भी मैनू परवान नहीं, पर हाँ एक गल ये याद रखी, कोई चीज़ स्वाद वास्ते खा के तू आखे भी मैं बड़ा सुखी हाँ, पर एक गल याद रखी, बाबे नानक ने आखे बाबा होर खाना खुशी खुआर, जित खाधै तन पीड़िए, मन में चलै वकार, जैसा अन्न तैसा मन। तो जे भैड़ी खुराक खावेगा तो वही फिर भैड़ी विचार तेरी हो जाएगी, चंगी चीज़ खावेगा तो जीवन भी चंगा बनेगा, सोहना बनेगा। अज तो साइंस भी आखदी है जिहड़ियां चीज़ां असीं ग्रहण करते हैं उन्हां दा असर साडे मन ते बड़ा पैंदा है। जिहड़ियां चीज़ां असीं ग्रहण करते हैं वो हुण जिहड़ियां चीज़ां आपां बाहरी तौर ते मास कह लो जिस जीव दा खा रहे हैं उहदियां प्रवृत्तियां साडे अंदर आउंदियां ही आउंदियां ने, सुभाविक गल है। तो हुण तां रोग भी आउण लग गए, बीमारियां आउण लग गईयां। हुण सारी दुनिया चाइना नूं गालां कढदी है, तुसीं वेखिआ सारी दुनिया कढदी चाइना नूं गालां भी उन्होंने आ खाधा ते उथों आ रोग आया। आखिर महाराज ने एक कानून बनाया कि नहीं, पर यह बंदा ये छड्डदा कुछ नहीं, इनू जिहड़ी चीज़ दे दे उन्हें खा जानी। मैं वेखिआ शेर अगे घाह पाओ नहीं खाता, उहदा खाना ही मांस है। तो जे तुसी किसी बकरी अगे पा दिओ मांस तो उन्हें नहीं खाना, उहदा घाह खाना ही जिहड़ा है खाना है। बंदे अगे घाह पाओ मांस का उन्हें छड्डना कुछ नहीं, इन्हें दोवें ही खा जाने ने। सो गुरु पातशाह मत देण, समझ देण सानू, समय के अनुसार अपने जीवन नूं सोहना ते सुचज्जा बनाइए। सो आपां दूसरी करैत दी अज विचार कीती है। कुठा जिहड़ा महाराज ने वरजिया ते सुचेत किया, सिख नूं आख्या तू गुलामी परवान नहीं करनी, अणख ते गैरत की जिंदगी जिउणी है। बाकी दो करैतां जिहड़ियां हन वो तमाकू ਅਤੇ केसां की बेअदबी उहदी के दीवाना विच विचार साझी करांगे। होईयां भुलां चुकां दी खिमा। वाहिगुरू जी का खालसा वाहिगुरू।